ਅੱਜ ਆਪਾਂ ਪੜ੍ਹਨ ਲੱਗੇ ਹਾਂ ਬੇਸਿਕਸ ਆਫ ਐਕਸਪੋਨੈਂਟਸ ਐਂਡ ਪਾਵਰ ਕਿ ਐਕਸਪੋਨੈਂਟਸ ਐਂਡ ਪਾਵਰ ਦੇ ਵਿੱਚ ਮੇਨਲੀ ਕੀ ਬੇਸਿਕਸ ਹੁੰਦੇ ਆ ਤੇ ਕਿਵੇਂ ਆਪਾਂ ਕੁਐਸਚਨਸ ਨੂੰ ਸੋਲਵ ਕਰਨਾ ਹੈ। ਠੀਕ ਹੈ, ਮੰਨ ਲਓ ਆਪਣੇ ਕੋਲ ਕੋਈ ਵੀ ਕੁਐਸਚਨ ਹੈ, ਫॉर एग्जांपल 2 ਰੇਜ਼ ਦੀ ਪਾਵਰ 4। 2 ਦੀ ਪਾਵਰ 4 ਨੂੰ ਆਪਾਂ ਕਿਵੇਂ ਲਿਖਣਾ ਹੁੰਦਾ, ਦੇਖੋ ਪਹਿਲਾਂ ਤਾਂ 2 ਦੀ ਪਾਵਰ 4 ਵਿੱਚ ਜੋ ਨੀਚੇ ਵਾਲੀ ਟਰਮ ਹੁੰਦੀ ਹੈ ਉਹ ਹੁੰਦੀ ਹੈ ਆਪਣੇ ਕੋਲ ਬੇਸ। ਠੀਕ ਹੈ, 2 ਨੂੰ ਆਪਾਂ ਬੋਲਣਾ, ਨੀਚੇ ਵਾਲੀ ਟਰਮ ਨੂੰ ਬੋਲਣਾ ਆਪਾਂ ਬੇਸ, ਤੇ ਜੋ ਉੱਪਰ ਹੁੰਦੀ ਹੈ ਉਹਨੂੰ ਆਪਾਂ ਪਾਵਰ ਵੀ ਬੋਲ ਸਕਦੇ ਹਾਂ ਜਾਂ ਆਪਾਂ ਨੂੰ ਐਕਸਪੋਨੈਂਟ ਵੀ ਬੋਲ ਸਕਦੇ ਹਾਂ। ਠੀਕ ਹੈ, ਪਾਵਰ ਜਾਂ ਐਕਸਪੋਨੈਂਟ। ਤਾਂ ਹੁਣ ਆਪਾਂ ਜਿਹੜਾ 2 ਦੀ ਪਾਵਰ 4 ਹੈ ਉਹਨੂੰ ਸੋਲਵ ਕਿਵੇਂ ਕਰਾਂਗੇ, 2 ਮਲਟੀਪਲਾਈ 2 ਮਲਟੀਪਲਾਈ 2 ਮਲਟੀਪਲਾਈ 2, ਮਤਲਬ 2 ਨੂੰ ਆਪਾਂ 4 ਟਾਈਮਸ ਲਿਖਣਾ ਹੁੰਦਾ ਹੈ। ਤਾਂ ਇਹਨੂੰ ਸੋਲਵ ਕਰ ਲਓ, 2 2 ज़ा 4, 4 2 ज़ा 8, 8 2 ज़ा 16, ਤਾਂ 16 ਆ ਜਾਊਗਾ ਆਪਣੇ ਕੋਲ ਆਨਸਰ। ਠੀਕ ਹੈ, ਤੇ ਇੱਕ ਹੋਰ ਗੱਲ, ਅਗਰ ਕਿਸੇ ਦੀ ਵੀ ਪਾਵਰ 0 ਹੋਵੇ, ਕਿਸੇ ਦੀ ਵੀ ਪਾਵਰ ਦਾ 0 ਆ ਜੇ ਤਾਂ ਉਹ ਆਪਾਂ ਕੁਛ ਨਹੀਂ ਕਰਨਾ, ਸਿਰਫ ਆਨਸਰ 1 ਲਿਖ ਦੇਣਾ। ਮੰਨ ਲਓ 0 ਦੀ ਪਾਵਰ 0 ਹੈ ਤਾਂ ਵੀ ਆਨਸਰ 1, 100 ਦੀ ਪਾਵਰ 0 ਹੈ ਤਾਂ ਵੀ ਆਨਸਰ 1। ਠੀਕ ਹੈ, ਅਗਰ ਪਾਵਰ ਕੁਛ ਹੋਰ ਹੈ, ਮੰਨ ਲਓ 2 ਦੀ ਪਾਵਰ 1 ਹੈ ਤਾਂ ਮਤਲਬ 2 ਨੂੰ 1 ਟਾਈਮ ਲਿਖਣਾ, ਤਾਂ ਆਨਸਰ ਕਿੰਨਾ ਆ ਜਾਊਗਾ, 2 ਓਨਲੀ। ਠੀਕ ਹੈ, ਤਾਂ ਇਹਦੇ ਵਿੱਚ ਤੁਸੀਂ ਹੁਣ ਕੀ ਕਰਨਾ ਹੈ, ਆਪਾਂ ਕੁਛ ਕੁ ਬੇਸਿਕਸ ਪੜ੍ਹਨ ਲੱਗੇ ਹਾਂ ਇਹਦੇ ਵਿੱਚ ਵੀ ਕੀ ਕੁਛ ਮੇਨ ਬੇਸਿਕਸ ਇਹਦੇ ਵਿੱਚ ਆਉਣਗੇ। ਫਸਟ ਬੇਸਿਕ ਆਪਣੇ ਕੋਲ, ਜਿਵੇਂ ਫॉर एग्जांपल ਦੋ ਟਰਮਸ ਹੈ ਆਪਣੇ ਕੋਲ, ਜਿਵੇਂ 2 ਦੀ ਪਾਵਰ 3 ਮਲਟੀਪਲਾਈ 2 ਦੀ ਪਾਵਰ 5। ਤਾਂ ਜਦੋਂ ਇਹਦਾ ਮਲਟੀਪਲਾਈ ਵਿੱਚ ਬੇਸ ਸੇਮ ਹੋਣ, ਨੀਚੇ ਵਾਲੇ ਬੇਸ ਸੇਮ ਹੋਣ ਤਾਂ ਪਾਵਰਸ ਹੋ ਜਾਂਦੀਆਂ ਪਲੱਸ। ਠੀਕ ਹੈ, ਤਾਂ ਕਿੰਨਾ ਆਨਸਰ ਆ ਜਾਊਗਾ, 2 ਦੀ ਪਾਵਰ 8। ਕਲੀਅਰ। ਜੇ ਇੱਦਾਂ ਹੀ ਮੰਨ ਲਓ ਆਪਣੇ ਕੋਲ ਹੋਵੇ 2 ਦੀ ਪਾਵਰ 5 ਡਿਵਾਈਡ 2 ਦੀ ਪਾਵਰ 3, ਔਰ ਇਹ ਇੱਦਾਂ ਲਿਖਿਆ ਆ ਜੇ 2 ਦੀ ਪਾਵਰ 5 ਓਵਰ 2 ਦੀ ਪਾਵਰ 3, ਤਾਂ ਡਿਵਾਈਡ ਵਿੱਚ ਬੇਸ ਸੇਮ ਹੋਣ, ਤਾਂ ਪਾਵਰ ਹੋ ਜਾਂਦੀ ਹੈ ਆਪਣੇ ਕੋਲ ਸਬਟਰੈਕਟ। ਤਾਂ ਕਿੰਨਾ ਆਨਸਰ ਆ ਜਾਊਗਾ, 2 ਦੀ ਪਾਵਰ 2। ਠੀਕ ਹੈ, ਜੇ ਆਪਣੇ ਕੋਲ ਇੱਦਾਂ ਹੋਵੇ ਕਿਸੇ ਵੀ ਕੁਐਸਚਨ ਵਿੱਚ ਪਾਵਰ ਇੱਦਾਂ ਆ ਜੇ 2 ਦੀ ਪਾਵਰ -4 ਆ ਜੇ, ਤਾਂ ਤੁਸੀਂ ਕੀ ਕਰਨਾ, ਕੁਐਸਚਨ ਵਿੱਚ ਪਹਿਲਾਂ 2 ਦੀ ਪਾਵਰ -4 ਨੂੰ ਪੋਜ਼ੀਟਿਵ ਬਣਾਉਣਾ ਹੈ। ਤਾਂ ਪੋਜ਼ੀਟਿਵ ਕਿਵੇਂ ਬਣੂਗੀ, ਅਗਰ ਪਾਵਰ ਮਾਈਨਸ 'ਚ ਆ ਜੇ ਨਾ ਤਾਂ ਆਹ ਚੀਜ਼ ਜਿਹੜੀ ਅੰਦਰ ਵਾਲੇ ਆਹ ਬੇਸ ਹੁੰਦਾ ਇਹਨੂੰ ਰੈਸੀਪ੍ਰੋਕਲ ਕਰ ਦਿਓ ਤੇ ਪਾਵਰ ਜਿਹੜੀ ਹੁੰਦੀ ਆ ਉਹ ਪਲੱਸ ਬਣ ਜਾਂਦੀ ਹੈ। ਠੀਕ ਹੈ, ਫॉर एग्जांपल ਆਪਣੇ ਕੋਲ ਹੋਵੇ 15 ਦੀ ਪਾਵਰ -1, ਤਾਂ ਇਹ ਪਲੱਸ ਕਿਵੇਂ ਬਣੂਗੀ, ਪਾਵਰ ਜਿਹੜਾ ਬੇਸ ਹੈ ਉਹਨੂੰ ਰੈਸੀਪ੍ਰੋਕਲ ਕਰ ਦਿਓ ਤੇ ਪਾਵਰ ਹੋ ਜੂਗੀ ਉਹਦੀ 1। ਤਾਂ ਇਹਨੂੰ ਸੋਲਵ ਕਰ ਸਕਦੇ ਹੋ, 1 ਦੀ ਪਾਵਰ 1 1, 15 ਦੀ ਪਾਵਰ 1 ਮਤਲਬ 1/15। ਠੀਕ ਹੈ, ਹੋਰ ਆਪਣੇ ਕੋਲ ਇਹਦੇ ਵਿੱਚ ਬੇਸਿਕ ਟਰਮਸ ਆ ਜਾਣਗੀਆਂ ਕਿ ਜਦੋਂ ਵੀ ਆਪਣੇ ਕੋਲ ਕੋਈ ਕੁਐਸਚਨ ਹੋਵੇ, ਫॉर एग्जांपल ਆਪਣੇ ਕੋਲ ਇੱਦਾਂ ਹੋਵੇ ਲਾਈਕ 2/-2/3 ਦੀ ਪਾਵਰ -3 ਇੱਦਾਂ ਹੋਵੇ, ਤਾਂ ਇਹਦੇ ਵਿੱਚ ਆਪਾਂ ਕੀ ਕਰਨਾ, ਪਾਵਰ ਨੂੰ ਸਭ ਤੋਂ ਪਹਿਲਾਂ ਪੋਜ਼ੀਟਿਵ ਬਣਾਉਣਾ ਨਾ। ਪਾਵਰ ਨੂੰ ਪੋਜ਼ੀਟਿਵ ਕਿਵੇਂ ਬਣਾਉਣਾ ਹੁੰਦਾ, ਜਿਹੜਾ ਅੰਦਰਲਾ ਬੇਸ ਹੁੰਦਾ ਉਹਨੂੰ ਰੈਸੀਪ੍ਰੋਕਲ ਕਰ ਦਿਓ, ਮਤਲਬ ਪੁੱਠਾ ਕਰ ਦਿਓ। 3/-2 ਦੀ ਪਾਵਰ +3 ਹੋ ਜੂਗੀ, ਹੁਣ ਰੈਸੀਪ੍ਰੋਕਲ ਕਰਨ ਦੇ ਪਾਵਰ ਪੋਜ਼ੀਟਿਵ ਹੋ ਗਈ। ਹੁਣ ਇਹ ਦੋਨਾਂ ਨੂੰ ਵੱਖਰੀ ਦੇ ਦਿਓ, 3 ਦੀ ਪਾਵਰ 3 ਵੱਖਰਾ ਗਿਆ, -2 ਦੀ ਪਾਵਰ 3 ਵੱਖਰਾ ਗਿਆ। ਠੀਕ ਹੈ, ਤਾਂ ਕਿੰਨਾ ਆ ਜੂ, 3 ਮਲਟੀਪਲਾਈ 3 ਓਵਰ -2 ਨੂੰ 3 ਟਾਈਮਸ ਲਿਖ ਦਿਓ, ਤਾਂ ਇੱਦਾਂ ਕਰਕੇ ਤੁਹਾਡੇ ਕੋਲ ਆ ਜਾਊਗਾ ਆਨਸਰ। ਕਲੀਅਰ। ਹੁਣ ਆ ਗਿਆ ਆਪਣੇ ਕੋਲ, ਇਹ ਚੀਜ਼ ਆਪਾਂ ਕਰ ਲਈ। ਠੀਕ ਹੈ, ਹਾਂ ਹੁਣ ਹੋਰ ਪ੍ਰੋਪਰਟੀਜ਼ ਆ ਗਈਆਂ, ਜਿਵੇਂ ਫਸਟ ਪ੍ਰੋਪਰਟੀ ਆਪਣੇ ਕੋਲ, ਫਸਟ ਪ੍ਰੋਪਰਟੀ ਤਾਂ ਆਪਾਂ ਕਰ ਹੀ ਲਈ ਕਿ ਅਗਰ a ਦੀ ਪਾਵਰ m ਮਲਟੀਪਲਾਈ a ਦੀ ਪਾਵਰ n ਹੈ, ਬੇਸ ਸੇਮ, ਪਾਵਰਸ ਹੋ ਜਾਣਗੀਆਂ ਐਡ। ਠੀਕ ਹੈ, ਫਸਟ ਪ੍ਰੋਪਰਟੀ ਹੈ। ਸੈਕਿੰਡ ਪ੍ਰੋਪਰਟੀ ਹੈ ਕਿ ਅਗਰ ਆਪਣੇ ਕੋਲ ਬੇਸ ਸੇਮ ਹੋਣ ਤੇ ਪਾਵਰਸ ਡਿਫਰੈਂਟ ਹੈ ਬਟ ਹੈ ਦੋਨੋਂ ਡਿਵਾਈਡ ਵਿੱਚ, ਤਾਂ ਕੀ ਹੋਊਗਾ, ਬੇਸ ਸੇਮ ਪਾਵਰਸ ਮਾਈਨਸ, ਡਿਵਾਈਡ ਦੇ ਕੇਸ 'ਚ ਪਾਵਰ ਮਾਈਨਸ। ਥਰਡ ਪ੍ਰੋਪਰਟੀ ਆਪਣੇ ਕੋਲ, ਅਗਰ a ਦੀ ਪਾਵਰ m ਦੀ ਹੋਲ ਪਾਵਰ n ਹੋਵੇ, ਔਰ ਤੁਸੀਂ ਕਹਿ ਲਓ ਕੁਛ ਵੀ ਸਮ ਲੈ ਲਓ 2 ਦੀ ਪਾਵਰ 3 ਦੀ ਹੋਲ ਪਾਵਰ 4, ਫॉर एग्जांपल ਇੱਦਾਂ ਹੋਵੇ, ਤਾਂ ਇਹਦੇ ਵਿੱਚ ਕੀ ਕਰਨਾ ਹੁੰਦਾ ਹੈ, ਜਿਹੜੀਆਂ ਉੱਪਰਲੀਆਂ ਦੋ ਪਾਵਰਸ ਹੁੰਦੀਆਂ ਨਾ ਇਹਨਾਂ ਨੂੰ ਪਲੱਸ ਮਲਟੀਪਲਾਈ ਕਰ ਦਿਆ ਕਰੋ, ਮਲਟੀਪਲਾਈ ਉੱਪਰਲੀਆਂ ਪਾਵਰਸ ਨੂੰ ਮਲਟੀਪਲਾਈ, ਔਰ ਕੀ ਆ ਜਾਊਗਾ 2 ਦੀ ਪਾਵਰ 3 4 ज़ा 12, ਤਾਂ ਆਨਸਰ ਕਿੰਨਾ ਆ ਜਾਊਗਾ, 2 ਦੀ ਪਾਵਰ 12। ਠੀਕ ਹੈ, ਫੋਰਥ ਪ੍ਰੋਪਰਟੀ ਹੈ ਆਪਣੇ ਕੋਲ a b ਦੀ ਪਾਵਰ m, ਕੋਈ ਵੀ ਦੋ ਨੰਬਰਸ ਹੈ, ਦੋ ਨੰਬਰਸ ਦੀ ਪ੍ਰੋਡਕਟ ਦੀ ਹੋਲ ਪਾਵਰ m ਹੈ, ਤਾਂ ਦੋ ਕੀ ਹੋ ਜਾਊਗਾ, a ਦੀ ਪਾਵਰ m ਵੱਖਰੀ ਹੋ ਜੂ ਮਲਟੀਪਲਾਈ b ਦੀ ਪਾਵਰ m ਵੱਖਰੀ ਹੋ ਜੂ। ਅਗਰ ਕੁਐਸਚਨ ਵੇਖਣਾ ਤਾਂ ਦੇਖੋ 2 ਮਲਟੀਪਲਾਈ 3 ਦੀ ਪਾਵਰ 4, ਫॉर एग्जांपल ਇੱਦਾਂ ਆਪਣੇ ਕੋਲ 2 ਮਲਟੀਪਲਾਈ 3 ਦੀ ਪਾਵਰ 4, ਤਾਂ ਇਹਨੂੰ ਕਿਵੇਂ ਕਰਾਂਗੇ, 2 ਦੀ ਪਾਵਰ 4 ਵੱਖਰਾ
3 ਦੀ ਪਾਵਰ ਮਲਟੀਪਲਾਈ 'ਚ 4 ਵੱਖਰਾ, ਫਿਰ ਇਹਨੂੰ ਸੋਲਵ ਕਰ ਸਕਦੇ ਹੋ। 2 ਨੂੰ 4 ਟਾਈਮਸ ਮਲਟੀਪਲਾਈ ਕਰੋ, 3 ਨੂੰ ਵੀ 4 ਟਾਈਮਸ ਮਲਟੀਪਲਾਈ ਕਰੋ, ਫਿਰ ਆਪਸ ਤੋਂ ਉਹਨਾਂ ਨੂੰ ਮਲਟੀਪਲਾਈ ਕਰ ਦਿਓ। ਠੀਕ ਹੈ। 5th ਪ੍ਰੋਪਰਟੀ ਆਪਣੇ ਕੋਲ, ਜੇ ਆਪਣੇ ਕੋਲ ਇੱਦਾਂ ਹੋਵੇ A/B ਦੀ ਹੋਲ ਪਾਵਰ m, ਤਾਂ ਜਿਹੜੀ A ਦੀ ਪਾਵਰ m ਵੱਖਰੀ ਹੋ ਜੂ ਓਵਰ B ਦੀ ਪਾਵਰ m ਵੱਖਰੀ ਹੋ ਜੂ। ਫੋਰ ਐਗਜ਼ਾਮਪਲ, ਔਰ ਜੇ ਆਪਣਾ ਕੁਐਸਚਨ ਆ ਗਿਆ 2/3 ਦੀ ਪਾਵਰ 4 ਹੋਲ ਪਾਵਰ 4, ਤਾਂ 2 ਦੀ ਪਾਵਰ 4 ਵੱਖਰੀ, 3 ਦੀ ਪਾਵਰ 4 ਹੋ ਜੂ ਵੱਖਰੀ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ 6th ਪ੍ਰੋਪਰਟੀ, ਮੈਂ ਪਹਿਲਾਂ ਦੱਸ ਚੁੱਕੀ ਹਾਂ, A ਦੀ ਪਾਵਰ 0, ਕਿਸੇ ਦੀ ਪਾਵਰ 0 ਆਂਸਰ ਹੁੰਦਾ 1। ਫੋਰ ਐਗਜ਼ਾਮਪਲ 2 ਦੀ ਪਾਵਰ 0 ਆਂਸਰ 1, ਫੋਰ ਐਗਜ਼ਾਮਪਲ 0 ਦੀ ਪਾਵਰ 0 ਆਂਸਰ 1, ਤਾਂ ਕਿਸੇ ਦੀ ਪਾਵਰ 0 ਕਰੋ ਆਂਸਰ ਆ ਜਾਊਗਾ ਤੁਹਾਡੇ ਕੋਲ 1। ਹੁਣ ਮੈਂ ਕੁਐਸਚਨ ਲੈ ਕੇ ਸੋਲਵ ਕਰ ਦਿੰਦੀ ਹਾਂ। ਕੁਐਸਚਨ ਧਿਆਨ ਨਾਲ ਦੇਖੋ, ਜਿਵੇਂ ਮੰਨ ਲਿਆ ਆਪਣੇ ਕੋਲ ਹੈਗਾ -2 ਦੀ ਪਾਵਰ 5 ਮਲਟੀਪਲਾਈ 3 ਦੀ ਪਾਵਰ 5 ਦੀ ਹੋਲ ਪਾਵਰ 2 ਓਵਰ 12 ਇੰਟੂ 3 ਦੀ ਪਾਵਰ 7। ਤਾਂ ਸਭ ਤੋਂ ਪਹਿਲਾਂ ਤਾਂ ਆਪਣਾ ਮੇਨ ਮੋਟਿਵ ਕੀ ਹੋਣਾ ਚਾਹੀਦਾ, ਜਿਹੜੇ ਵੀ ਤੁਹਾਨੂੰ ਆਹ ਵੱਡੇ ਅਕਸ਼ਰ ਦਿਖਦੇ ਪਏ ਆ, ਇਹ ਵੱਡੇ ਅਕਸ਼ਰਸ ਨੂੰ ਤੁਸੀਂ ਛੋਟੇ ਤੋਂ ਛੋਟਾ ਬਣਾ ਲਿਆ ਕਰੋ। ਆਹ ਤਾਂ 2 3 3 ਦਾ ਆਲਰੇਡੀ ਛੋਟੇ, ਇਹਨਾਂ ਨੂੰ ਕੀ ਹੋਰ ਛੋਟਾ ਬਣੂਗਾ। ਠੀਕ ਹੈ। ਤਾਂ ਇਹਨਾਂ ਨੂੰ ਤਾਂ ਰੱਖੋ ਉੱਦਾਂ ਹੀ। -2 ਦੀ ਪਾਵਰ 3, ਆ ਦੇਖੋ A ਦੀ ਪਾਵਰ m ਮਲਟੀਪਲਾਈ n, ਦੋਨੋਂ ਉੱਪਰ ਮਲਟੀਪਲਾਈ ਹੋ ਜਾਣਗੇ ਨਾ, 3 ਦੀ ਪਾਵਰ ਆ ਜਾਊਗਾ 10 ਓਵਰ 12 ਨੂੰ ਛੋਟਾ ਕਿਵੇਂ ਕਰਨਾ ਹੈ, ਇੱਦਾਂ ਐਲਸੀਐਮ ਲੈ ਕੇ, ਐਲਸੀਐਮ ਐਚਸੀਐਫ ਜੋ ਵੀ ਹੁੰਦਾ ਹੈ, ਇਹਨੂੰ ਇੱਦਾਂ ਕਰ ਲੈਣਾ 2 6 3 3 1। ਠੀਕ ਹੈ। ਇਹਨੂੰ ਹੁਣ ਲਿਖੋ, ਕਿਵੇਂ ਲਿਖੋਗੇ 12 ਨੂੰ, 12 ਨੂੰ ਲਿਖੋ 2 ਮਲਟੀਪਲਾਈ 2 ਮਲਟੀਪਲਾਈ 3, ਤੁਸੀਂ ਇੱਦਾਂ ਹੀ ਪੂਰਾ ਤੋੜ ਕੇ ਲਿਖਣਾ ਇਹਨੂੰ। ਫਿਰ 3 ਦੀ ਪਾਵਰ 7 ਆ ਜਾਊਗਾ ਉੱਦਾਂ ਹੀ। ਠੀਕ ਹੈ। ਫਿਰ -2 ਦੀ ਪਾਵਰ 5 ਉੱਦਾਂ ਹੀ, 3 ਦੀ ਪਾਵਰ 10 ਸੇਮ। ਆ ਦੇਖੋ 2 ਮਲਟੀਪਲਾਈ 2 ਦੀ ਪਾਵਰ, ਜੇ ਕੁਛ ਨਹੀਂ ਮਤਲਬ 2 ਦੀ ਪਾਵਰ 1 ਹੈ, ਕੁਛ ਨਹੀਂ ਮਤਲਬ 2 ਦੀ ਪਾਵਰ 1 ਹੈ। ਬੇਸ ਸੇਮ, ਪਾਵਰਾਂ ਮਲਟੀਪਲਾਈ 'ਚ ਹੋ ਜਾਣਗੀਆਂ ਪਲੱਸ, ਮਲਟੀਪਲਾਈ ਆ ਵੀ ਬੇਸ ਸੇਮ, ਪਾਵਰਾਂ ਮਲਟੀਪਲਾਈ 'ਚ ਹੋ ਜਾਣਗੀਆਂ ਪਲੱਸ। ਠੀਕ ਹੈ। ਤਾਂ ਇਹ ਦੇਖੋ ਹੁਣ ਡਿਵਾਈਡ ਵਿੱਚ ਦੋਨੋਂ ਬੇਸ ਸੇਮ, ਬੇਸ ਸੇਮ ਮਤਲਬ ਕਿ ਦੇਖੋ -2 ਦੀ ਪਾਵਰ 5 ਹੈ ਨਾ, ਪਹਿਲਾਂ ਤਾਂ ਹੁਣ ਇਹ ਵੀ ਚੀਜ਼ ਦੇਖੋ, ਕਦੇ ਵੀ ਬੇਸ ਨੈਗੇਟਿਵ 'ਚ ਨਾ ਲਓ। -2 ਨੂੰ ਕੀ ਲਿਖ ਸਕਦੇ ਤੁਸੀਂ, -1 ਮਲਟੀਪਲਾਈ 2, ਕਿਉਂਕਿ ਮੈਨੂੰ ਬੇਸ 2 ਚਾਹੀਦਾ ਹੈ। ਨੀਚੇ ਬੇਸ 2 ਹੈ ਨਾ, ਉੱਪਰ ਦਾ ਬੇਸ -2 ਦਾ ਬੇਸ ਵੱਖਰੇ ਹੋ ਗਏ, ਤਾਂ ਪਹਿਲਾਂ ਬੇਸ ਨੂੰ 2 ਬਣਾਉਣ ਦੀ ਕੋਸ਼ਿਸ਼ ਕਰੋ। ਤਾਂ -2 ਨੂੰ ਮੈਂ ਲਿਖ ਸਕਦੀ -1 ਮਲਟੀਪਲਾਈ 2, -2 ਹੀ ਆ ਜਾਊਗਾ ਨਾ, ਦੀ ਪਾਵਰ 5 ਉੱਦਾਂ ਹੀ, 3 ਦੀ ਪਾਵਰ 10 ਉੱਦਾਂ ਹੀ, 2 ਦੀ ਪਾਵਰ 2, 3 ਦੀ ਪਾਵਰ 8। ਠੀਕ ਹੈ। ਫਿਰ ਆਪਾਂ ਪੜ੍ਹਿਆ ਸੀ A ਮਲਟੀਪਲਾਈ B ਦੀ ਪਾਵਰ m, ਤਬ ਜਿਹੜੇ ਪਾਵਰ ਆ ਵੱਖਰੀ ਵੱਖਰੀ ਕੋਲ ਜਾ ਵੜਦੀ ਹੈ। ਠੀਕ ਹੈ। ਤਾਂ -1 ਦੀ ਪਾਵਰ 5, 2 ਦੀ ਪਾਵਰ 5, 3 ਦੀ ਪਾਵਰ 10 ਓਵਰ 2 ਦੀ ਪਾਵਰ 2, 3 ਦੀ ਪਾਵਰ 8। ਇੱਕ ਚੀਜ਼ ਹੋਰ, ਪ੍ਰੋਪਰਟੀਜ਼ ਵਿੱਚ ਇੱਕ ਚੀਜ਼ ਹੋਰ ਤੁਸੀਂ ਐਡ ਕਰ ਲਓ, ਅਗਰ ਕਿਸੇ ਵੀ ਨੰਬਰ ਦੀ ਪਾਵਰ ਔਡ ਨੰਬਰ ਆ ਜੇ, ਕਿਸੇ ਵੀ ਨੰਬਰ ਦੀ ਪਾਵਰ ਔਡ ਨੰਬਰ ਹੈ ਮਾਈਨਸ ਵਿੱਚ, ਜੇ ਬੇਸ ਮਾਈਨਸ 'ਚ ਹੈ ਅਤੇ ਪਾਵਰ ਔਡ ਨੰਬਰ ਹੈ, ਤਾਂ ਆਂਸਰ ਵੀ ਮਾਈਨਸ 'ਚ ਆਊਗਾ, -a। ਮੰਨ ਲਓ -1 ਦੀ ਪਾਵਰ 17 ਹੈ, ਤਾਂ ਆਂਸਰ -1 ਆਊਗਾ। ਜੇ ਕਿਸੇ ਵੀ -1 ਦੀ ਪਾਵਰ ਈਵਨ ਨੰਬਰ ਹੋਵੇ, -1 ਦੀ ਪਾਵਰ ਈਵਨ ਨੰਬਰ ਹੋਵੇ, ਤਾਂ ਆਂਸਰ ਆਊਗਾ +1। ਠੀਕ ਹੈ। ਸਿਮਿਲਰਲੀ ਇਹਦੇ 'ਚ ਦੇਖੋ -1 ਦੀ ਪਾਵਰ ਔਡ ਨੰਬਰ ਹੈ, ਤਾਂ ਆਂਸਰ ਕਿੰਨਾ ਆ ਜਾਊਗਾ ਇੱਥੇ, -1 ਮਲਟੀਪਲਾਈ, ਆ ਬੇਸ ਸੇਮ ਹੋ ਗਏ ਨਾ ਡਿਵਾਈਡ 'ਚ, ਬੇਸ ਸੇਮ, ਪਾਵਰਾਂ ਕਰ ਦਿਓ -5 -2 3। ਤੁਸੀਂ ਕੁਐਸਚਨ 'ਚ ਪ੍ਰੋਪਰਲੀ ਲਿਖਣਾ 5 ਇੱਦਾਂ, 2 ਦੀ ਪਾਵਰ 5 -2, ਫਿਰ ਲਿਖਣਾ 2 ਦੀ ਪਾਵਰ 3, ਪ੍ਰੋਪਰ ਸਟੈਪ ਮਾਰਕਿੰਗ। ਠੀਕ ਹੈ। ਮਲਟੀਪਲਾਈ, ਇਹਨਾਂ ਨੂੰ ਸੋਲਵ ਕਰ ਲਓ, ਬੇਸ ਸੇਮ, ਪਾਵਰਾਂ -1 ਉਵੇਂ, ਇਹਨਾਂ ਨੂੰ ਖੋਲ੍ਹ ਲਓ 2 ਮਲਟੀਪਲਾਈ 2 ਮਲਟੀਪਲਾਈ 2, ਇਹਨੂੰ ਖੋਲ੍ਹੋ 3 ਮਲਟੀਪਲਾਈ 3, ਇਹਨੂੰ ਸੋਲਵ ਕਰ ਲਿਓ, ਆਂਸਰ ਜਿੰਨਾ ਵੀ ਆਊਗਾ, ਆਂਸਰ ਆ ਜਾਊਗਾ ਮਾਈਟ ਬੀ -72। ਠੀਕ ਹੈ। -72 ਆ ਜਾਊਗਾ ਤੁਹਾਡੇ ਕੋਲ ਆਂਸਰ। ਕਲੀਅਰ। ਹੁਣ ਇੱਦਾਂ ਹੀ ਕਰਕੇ ਆਪਾਂ ਸਾਰੇ ਸਮ ਸੋਲਵ ਕਰਨੇ ਆ। ਸਿੰਪਲੀਫਾਈ, ਇੱਕ ਕੁਐਸਚਨ ਹੋਰ ਕਰਾ ਦਿੰਦੀ ਹਾਂ, ਥੋੜ੍ਹਾ ਇਹ ਵੀ ਡਿਫੀਕਲਟ ਕੁਐਸਚਨ ਲੱਗੂਗਾ ਤੁਹਾਨੂੰ। ਜਿਵੇਂ ਫੋਰ ਐਗਜ਼ਾਮਪਲ ਆਪਾਂ ਨੂੰ ਕੁਐਸਚਨ ਆ ਜੇ ਫਾਈਂਡ n, ਆਪਾਂ n ਫਾਈਂਡ ਕਰਨੀ ਹੈ, ਅਤੇ ਆਪਾਂ ਨੂੰ ਗਿਵਨ ਕੀ ਹੈ 2 ਦੀ ਪਾਵਰ 11 ਡਿਵਾਈਡ 2 ਦੀ ਪਾਵਰ 5 ਇਕੁਅਲਸ ਟੂ 2 ਦੀ ਪਾਵਰ -3 ਮਲਟੀਪਲਾਈ 2 ਦੀ ਪਾਵਰ 2n -1। ਇਹਦੇ ਵਿੱਚੋਂ ਆ ਪੂਰੀ ਇਕੁਏਸ਼ਨ 'ਚੋਂ ਆਪਾਂ n ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਠੀਕ ਹੈ। ਅਤੇ ਕਿਵੇਂ ਫਾਈਂਡ ਆਊਟ ਕਰਾਂਗੇ, ਦੇਖੋ ਆਹ ਡਿਵਾਈਡ ਵਿੱਚ ਬੇਸ ਸੇਮ, ਪਾਵਰਸ ਮਾਈਨਸ, ਠੀਕ ਹੈ, ਇਜ਼ ਇਕੁਅਲ ਟੂ ਉਵੇਂ, ਆਹ ਮਲਟੀਪਲਾਈ 'ਚ ਬੇਸ ਸੇਮ, ਪਾਵਰਸ ਪਲੱਸ, ਆ ਪਲੱਸ ਹੋ ਗਏ ਦੋਨੋਂ ਪਾਵਰਸ, ਇਹਨਾਂ ਨੂੰ ਸੋਲਵ ਕਰ ਲਓ, ਇੱਥੇ ਆ ਜਾਊਗਾ 6,
ਇਕੁਅਲਸ ਟੂ 2 ਦੀ ਪਾਵਰ -3 + 2n - 1 ਇਹਨੂੰ ਹੋਰ ਸੋਲਵ ਕਰ ਲਓ 2 ਦੀ ਪਾਵਰ 6 2 ਦੀ ਪਾਵਰ -4 -3 -1 -4 + 2 ਦੀ ਪਾਵਰ n। ਹੁਣ ਇਹਦੇ ਵਿੱਚ ਕੀ ਕਰਨਾ ਦੇਖੋ ਜਦੋਂ ਇਕੁਅਲਸ ਟੂ ਦੇ ਵਿੱਚ ਇੱਦਾਂ ਹੋਵੇ ਨਾ a ਦੀ ਪਾਵਰ m ਇਕੁਅਲਸ ਟੂ a ਦੀ ਪਾਵਰ n, ਜੇ ਇੱਦਾਂ ਜੇ ਤਾਂ ਬੇਸ ਆਪਾਂ ਕੈਂਸਲ ਕਰ ਦਿੰਦੇ ਹਾਂ, ਜੋ ਸੇਮ ਬੇਸ ਹੋਣ ਸੇਮ ਬੇਸ ਕੈਂਸਲ ਹੋ ਗਏ, ਪਾਵਰਸ ਦੋਨੋਂ ਬਰਾਬਰ ਹੋ ਗਈਆਂ। ਤਾਂ ਇਹ ਵੀ ਤੁਸੀਂ ਪ੍ਰੋਪਰਟੀ 'ਚ ਐਡ ਕਰ ਸਕਦੇ ਹੋ ਕਿ ਅਗਰ ਇਕੁਅਲਸ ਟੂ ਦੇ ਵਿੱਚ ਦੋ ਬੇਸ ਸੇਮ ਆ ਗਏ ਇੱਧਰ ਉੱਧਰ ਤਾਂ ਬੇਸ ਨਾਲ ਬੇਸ ਕੱਢ ਦਿਓ, ਪਾਵਰ ਵੀ ਬਰਾਬਰ ਹੋ ਜਾਂਦੀ ਹੈ। ਤਾਂ ਆ ਵੀ ਬੇਸ ਦੋਨੋਂ ਸੇਮ ਹੋ ਗਏ ਤਾਂ ਜਿਹੜੇ ਪਾਵਰ ਵੀ ਹੋਵੇ ਸੇਮ ਹੋਣਗੀਆਂ, ਪਾਵਰਸ ਸੇਮ ਕਰਤੀਆਂ -4 ਉਧਰ ਜਾ ਕੇ +4, ਠੀਕ ਹੈ। 10 ਇਕੁਅਲਸ ਟੂ 2n, n ਦੀ ਵੈਲਿਊ ਕਿੰਨੀ ਆ ਜੂਗੀ 5। ਤਾਂ ਇੱਦਾਂ ਕਰਕੇ ਆਪਾਂ n ਦੀ ਵੈਲਿਊ ਫਾਈਂਡ ਆਊਟ ਕਰ ਲੈਣੀ, ਠੀਕ ਹੈ। ਬਸ ਇਹਦੇ ਵਿੱਚ ਇਹੀ ਇੱਦਾਂ ਦੇ ਕੁਐਸਚਨਸ ਮੇਨ ਹੈ, ਇਹੀ ਕੁਐਸਚਨਸ ਆਪਾਂ ਟਰਾਈ ਕਰਨੇ ਆ। ਕਲੀਅਰ। ਅਗਰ ਇੱਕ ਕੁਐਸਚਨ ਹੋਰ ਕਰਨਾ ਤਾਂ ਇੱਕ ਕੁਐਸਚਨ ਹੋਰ ਕਰਾ ਸਕਦੀ ਹਾਂ, ਜਿਵੇਂ ਇੱਕ ਕੁਐਸਚਨ ਹੈਗਾ ਔਖਾ ਜਿਹਾ 8x ਦੀ ਪਾਵਰ x, ਆਪਾਂ ਫਾਈਂਡ ਕਰਨਾ ਹੈ 8x ਦੀ ਪਾਵਰ x ਅਤੇ ਆਪਾਂ ਨੂੰ ਗਿਵਨ ਹੈ 9 ਦੀ ਪਾਵਰ x + 2 ਇਕੁਅਲਸ ਟੂ 240 + 9 ਦੀ ਪਾਵਰ x। ਇਹਦੇ ਵਿੱਚ ਆਪਾਂ ਆਹ ਵਾਲੀ ਚੀਜ਼ ਆਪਾਂ ਨੂੰ ਗਿਵਨ ਹੈ, ਆਪਾਂ ਆਹ ਲੱਭਣਾ ਮਤਲਬ ਆਪਾਂ ਮੇਨਲੀ x ਦੀ ਵੈਲਿਊ ਲੱਭਾਂਗੇ ਇਹ ਇਕੁਏਸ਼ਨ 'ਚੋਂ, x ਦੀ ਵੈਲਿਊ ਇੰਚ ਪੁੱਟ ਕਰ ਦਾਂਗੇ। ਮੈਂ ਤੁਹਾਨੂੰ ਕਿਹਾ ਸੀ ਅਗਰ ਤੁਹਾਨੂੰ ਵੱਡੀ ਚੀਜ਼ ਗਿਵਨ ਹੋਵੇ ਨਾ ਉਹਨੂੰ ਪਹਿਲਾਂ ਸਮਾਲ 'ਚ ਬ੍ਰੇਕ ਕਰ ਲਓ, ਤਾਂ ਅਗਰ ਸਮਾਲ ਵਿੱਚ ਨਹੀਂ ਵੀ ਬ੍ਰੇਕ ਕਰੋਗੇ ਤਾਂ ਵੀ ਹੋ ਜਾਊਗਾ। ਦੇਖੋ a ਦੀ ਪਾਵਰ m + n, ਅਗਰ ਤੁਹਾਨੂੰ ਇੱਦਾਂ ਆ ਜੇ a ਦੀ ਪਾਵਰ m + n, ਤੁਸੀਂ ਇਹਨਾਂ ਨੂੰ ਕੀ ਕਰਿਆ ਕਰੋ ਨਾ a ਦੀ ਪਾਵਰ m × a ਦੀ ਪਾਵਰ n, ਸੇਮ ਹੈ ਬੇਸ ਸੇਮ ਪਾਵਰ ਪਲੱਸ, ਠੀਕ ਹੈ। ਬੇਸ ਸੇਮ ਪਾਵਰ ਪਲੱਸ ਹੋ ਗਿਆ ਨਾ, ਸੇਮ ਹੀ ਆ ਜਾਊਗਾ। ਇਹਨੂੰ ਵੀ ਇੱਦਾਂ ਹੀ ਲਿਖੋ 9 ਦੀ ਪਾਵਰ x ਡੋਟ 9 ਦੀ ਪਾਵਰ 2, ਜਾਂ ਮਲਟੀਪਲਾਈ ਲਿਖ ਲਓ 9 ਦੀ ਪਾਵਰ x × 9 ਦੀ ਪਾਵਰ 2, ਕਿਉਂਕਿ ਉਹੀ ਆ ਗਿਆ ਬੇਸ ਸੇਮ ਪਾਵਰ ਪਲੱਸ, ਠੀਕ ਹੈ। 240 ਉਵੇਂ 9 ਦੀ ਪਾਵਰ x ਉਵੇਂ। ਹੁਣ 9 ਦੀ ਪਾਵਰ x ਤੁਹਾਨੂੰ ਇੱਥੇ ਵੀ ਦਿਖਦੀ ਪਈ ਹੈ, 9 ਦੀ ਪਾਵਰ x ਇੱਥੇ ਵੀ ਦਿਖਦੀ ਪਈ ਹੈ, ਇਹਨੂੰ ਇੱਧਰ ਲਿਆਓ, x ਕੋਲ x ਲਿਆਓ, ਆ ਉੱਦਾਂ ਹੀ ਆ ਵੀ ਉੱਦਾਂ ਹੀ, ਇਹ ਪਲੱਸ ਦਾ ਉੱਧਰ ਜਾ ਕੇ ਮਾਈਨਸ ਹੋ ਜਾਊਗਾ, ਠੀਕ ਹੈ, ਬਰਾਬਰ 240 ਉੱਦਾਂ ਹੀ। ਹੁਣ ਆ ਦੋਨਾਂ ਇਕੁਏਸ਼ਨਸ 'ਚੋਂ ਮਾਈਨਸ ਦੇ ਇੱਧਰ ਵਾਲੀ ਸਾਈਡ ਤੋਂ ਅਤੇ ਮਾਈਨਸ ਦੇ ਇੱਧਰ ਵਾਲੀ ਸਾਈਡ ਤੋਂ ਦੋਨਾਂ 'ਚ ਕੀ 9 ਦੀ ਪਾਵਰ x ਕਾਮਨ, ਇਹਨੂੰ ਕਾਮਨ ਕੱਢ ਲਓ। 9 ਦੀ ਪਾਵਰ x ਬਾਹਰ ਕੱਢ ਲਈ ਤਾਂ ਕੀ ਬਚ ਗਿਆ 9 ਦੀ ਪਾਵਰ 2, ਮਾਈਨਸ ਵਿੱਚ ਉਵੇਂ 9 ਦੀ ਪਾਵਰ x ਬਾਹਰ ਕੱਢ ਲਈ ਤਾਂ ਵਿੱਚ ਕੀ ਬਚ ਗਿਆ 1 ਕੱਢਣਾ ਹੁੰਦਾ, 0 ਨਹੀਂ ਲਿਖਣਾ ਇੱਥੇ, ਠੀਕ ਹੈ, 1 ਲਿਖਣਾ ਹੁੰਦਾ, ਬਰਾਬਰ 240 9 ਦੀ ਪਾਵਰ x, 9 ਦਾ ਸਕੁਏਅਰ 81 - 1 ਇਕੁਅਲਸ ਟੂ 240, 9 ਦੀ ਪਾਵਰ x 80 ਇਕੁਅਲਸ ਟੂ 240, 9 ਦੀ ਪਾਵਰ x ਇਜ਼ ਇਕੁਅਲਸ ਟੂ 240/80। 9 ਦੀ ਪਾਵਰ x ਆ ਜਾਊਗਾ ਆਪਣੇ ਕੋਲ 3, ਠੀਕ ਹੈ। ਹੁਣ ਦੇਖੋ ਜੇ 9 ਦੀ ਪਾਵਰ x ਹੈ ਅਤੇ 3 ਹੈ, ਜੇ ਮੈਂ ਇੱਥੇ ਬੇਸ ਸੇਮ ਕਰਦਾ 3 ਬਣਾ ਦਾਂ ਫਿਰ ਮੈਂ ਪਾਵਰ ਸੇਮ ਕਰ ਸਕਦੀ ਹੈ ਨਾ, ਤਾਂ ਪਹਿਲਾਂ 9 ਨੂੰ ਤੋੜ ਲਓ, 9 ਲਿਖ ਸੀ 3 × 3 ਦੀ ਪਾਵਰ x ਇਕੁਅਲਸ ਟੂ 3, ਤਾਂ ਕਿੰਨਾ ਆ ਜਾਊਗਾ ਆਪਣੇ ਕੋਲ, ਇਹਨੂੰ ਆਪਾਂ ਲਿਖ ਸਕਦੇ ਹਾਂ ਹਾਂ 3 ਦਾ ਸਕੇਅਰ, 3 ਲਿਖ ਸਕਦੇ 3 ਦਾ ਸਕੇਅਰ ਬੇਸ ਸੇਮ ਪਾਵਰਾਂ ਪਲੱਸ ਦੀ ਪਾਵਰ x ਇਜ਼ ਇਕੁਅਲਸ ਟੂ 3, ਉੱਪਰਲੀਆਂ ਪਾਵਰਸ ਮਲਟੀਪਲਾਈ ਕਰ ਦਿਓ, ਠੀਕ ਹੈ। ਹੁਣ ਬੇਸ ਸੇਮ ਹੋ ਗਏ ਨਾ, ਬੇਸ ਸੇਮ ਹੋਣ 'ਤੇ ਪਾਵਰਸ ਸੇਮ ਕਰ ਦਿਓ, ਤਾਂ x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 1/2, ਠੀਕ ਹੈ। ਹੁਣ ਜਿਹੜੀ x ਦੀ ਵੈਲਿਊ 1/2 ਆਈ ਹੈ ਇਹ ਫਾਈਂਡ ਕਰਨ ਵਾਲੇ ਕੁਐਸਚਨ 'ਚ ਪੁੱਟ ਕਰ ਦਿਓ। ਇਹਦੇ 'ਚ 8 ਮਲਟੀਪਲਾਈ x ਦੀ ਵੈਲਿਊ 1/2 ਦੀ ਹੋਲ ਪਾਵਰ 1/2, ਇਹਨੂੰ ਕੱਟ ਕਰ ਦਿਓ 4 ਦੀ ਪਾਵਰ 1/2, ਐਕਚੁਅਲੀ ਪਾਵਰ 1/2 ਦਾ ਮਤਲਬ ਹੁੰਦਾ ਅੰਡਰ ਰੂਟ, ਕਿਸੇ ਦੀ ਪਾਵਰ 1/2 ਆ ਜੇ ਨਾ ਉਹਦਾ ਮਤਲਬ ਹੁੰਦਾ √16, ਤੁਸੀਂ ਸਕੁਏਅਰ ਰੂਟ ਚੈਪਟਰ 'ਚ ਕਰੋਗੇ, ਠੀਕ ਹੈ। ਜਾਂ ਤੁਸੀਂ ਇਹਨੂੰ ਇੱਦਾਂ ਵੀ ਲਿਖ ਸਕਦੇ ਹੋ, 4 ਨੂੰ ਲਿਖ ਸਕਦੇ ਹੋ 2 × 2 ਦੀ ਪਾਵਰ 1/2, 2 × 2 ਮਤਲਬ 2 ਦੀ ਪਾਵਰ 2, ਬੇਸ ਸੇਮ ਪਾਵਰ ਐਡ ਦੀ ਪਾਵਰ 1/2, ਉੱਪਰਲੀਆਂ ਮਲਟੀਪਲਾਈ ਹੋ ਜਾਣਗੀਆਂ 2 × 1/2, 2 ਨਾਲ 2 ਕੈਂਸਲ ਹੋ ਗਿਆ, ਆਨਸਰ ਆ ਗਿਆ ਆਪਣੇ ਕੋਲ 2, ਤਾਂ ਇਹਨੂੰ ਫਾਈਂਡ ਕਰਨਾ ਸੀ, ਇਹਦਾ ਆਨਸਰ ਆ ਗਿਆ ਆਪਣੇ ਕੋਲ 2। ਤਾਂ ਇੱਦਾਂ ਕਰਕੇ ਆਪਾਂ ਕੁਐਸਚਨਸ ਨੂੰ ਸੋਲਵ ਕਰਨਾ ਹੈ, ਠੀਕ ਹੈ।